ਇੱਕ ਯੋਗੀ ਦੀ ਆਤਮ ਕਥਾ। ਸ਼੍ਰੀ ਸ਼੍ਰੀ ਪਰਮਹੰਸ ਯੋਗਾਨੰਦ। ਚੈਪਟਰ 3। ਦੋ ਸਰੀਰ ਧਾਰਨ ਕਰ ਲੈਣ ਵਾਲਾ ਸਵਾਮੀ। ਇੱਕ ਦਿਨ ਯੋਗਾਨੰਦ ਜੀ ਨੇ ਆਪਣੇ ਪਿਤਾ ਜੀ ਨੂੰ ਕਿਹਾ, ਪਿਤਾ ਜੀ, ਜੇ ਮੈਂ ਬਗੈਰ ਕੋਈ ਹੀਲ ਹੁੱਜਤ ਕੀਤੇ ਘਰ ਵਾਪਸ ਮੁੜ ਆਉਣ ਦਾ ਵਾਅਦਾ ਕਰਾਂ ਤਾਂ ਕੀ ਮੈਂ ਵਾਰਾਣਸੀ ਘੁੰਮਣ ਫਿਰਨ ਜਾ ਸਕਦਾ ਹਾਂ? ਯੋਗਾਨੰਦ ਜੀ ਦੱਸਦੇ ਹਨ ਕਿ ਉਹਨਾਂ ਦੇ ਘੁੰਮਣ ਫਿਰਨ ਦੇ ਸ਼ੌਂਕ ਵਿੱਚ ਪਿਤਾ ਜੀ ਘੱਟ ਵੱਧ ਹੀ ਅੜਚਨ ਪਾਇਆ ਕਰਦੇ ਸਨ। ਉਹਨਾਂ ਦੇ ਬਚਪਨ ਵਿੱਚ ਵੀ ਉਹ ਯੋਗਾਨੰਦ ਜੀ ਨੂੰ ਅਨੇਕ ਸ਼ਹਿਰਾਂ ਅਤੇ ਤੀਰਥ ਸਥਾਨਾਂ ਦੀ ਯਾਤਰਾ ਕਰਨ ਦੀ ਆਗਿਆ ਦੇ ਦਿਆ ਕਰਦੇ ਸਨ। ਆਮ ਤੌਰ ਤੇ ਇੱਕ ਜਾਂ ਇੱਕ ਤੋਂ ਜ਼ਿਆਦਾ ਦੋਸਤ ਮਿੱਤਰ ਵੀ ਉਹਨਾਂ ਦੇ ਨਾਲ ਹੋਇਆ ਕਰਦੇ ਸਨ। ਉਹਨਾਂ ਦੇ ਪਰਿਵਾਰ ਦੇ ਖਾਨਾ ਬਦੋਸ਼ਾਂ ਲਈ ਪਿਤਾ ਜੀ ਦਾ ਰੇਲਵੇ ਅਫਸਰ ਦਾ ਅਹੁਦਾ ਪੂਰਨ ਆਨੰਦਦਾਇਕ ਸੀ। ਪਿਤਾ ਜੀ ਨੇ ਉਹਨਾਂ ਦੀ ਬੇਨਤੀ ਉੱਪਰ ਹਮਦਰਦੀ ਪੂਰਵਕ ਵਿਚਾਰ ਕਰਨ ਦਾ ਵਾਅਦਾ ਕੀਤਾ। ਅਗਲੇ ਦਿਨ ਉਹਨਾਂ ਨੇ ਯੋਗਾਨੰਦ ਜੀ ਨੂੰ ਆਪਣੇ ਕੋਲ ਬੁਲਾਇਆ ਅਤੇ ਬਰੇਲੀ ਤੋਂ ਵਾਰਾਣਸੀ ਦੇ ਆਉਣ ਜਾਣ ਦਾ ਪਾਸ ਅਤੇ 1-1 ਰੁਪਏ ਦੇ ਕੁਝ ਨੋਟ ਅਤੇ 2 ਚਿੱਠੀਆਂ ਦਿੰਦਿਆਂ ਕਿਹਾ, ਮੈਂ ਵਾਰਾਣਸੀ ਵਿੱਚ ਆਪਣੇ ਇੱਕ ਦੋਸਤ ਕੇਦਾਰਨਾਥ ਬਾਬੂ ਨੂੰ ਦਫ਼ਤਰ ਦੇ ਸੰਬੰਧ ਵਿੱਚ ਇੱਕ ਪ੍ਰਸਤਾਵ ਭੇਜਣਾ ਹੈ, ਪਰ ਬਦਕਿਸਮਤੀ ਨਾਲ ਮੈਂ ਉਸ ਦਾ ਸਿਰਨਾਮਾ ਗੁਆ ਬੈਠਾ ਹਾਂ। ਪਰੰਤੂ ਮੈਨੂੰ ਪੂਰਾ ਯਕੀਨ ਹੈ ਕਿ ਸਾਡੇ ਇੱਕ ਸਾਂਝੇ ਦੋਸਤ ਸਵਾਮੀ ਪ੍ਰਣਵਾਨੰਦ ਰਾਹੀਂ ਤੂੰ ਇਹ ਚਿੱਠੀ ਉਸ ਤੱਕ ਪਹੁੰਚਦੀ ਕਰ ਦੇਵੇਂਗਾ। ਸਵਾਮੀ ਜੀ ਮੇਰੇ ਗੁਰੂ ਭਾਈ ਹਨ, ਜਿਨ੍ਹਾਂ ਨੇ ਬੜੀ ਉੱਚੀ ਅਧਿਆਤਮਿਕ ਅਵਸਥਾ ਪ੍ਰਾਪਤ ਕਰ ਲਈ ਹੈ। ਉਹਨਾਂ ਨੂੰ ਮਿਲਣ ਨਾਲ ਤੈਨੂੰ ਫਾਇਦਾ ਹੀ ਹੋਵੇਗਾ। ਦੂਸਰੀ ਚਿੱਠੀ ਤੇਰੀ ਸਵਾਮੀ ਜੀ ਨਾਲ ਜਾਣ ਪਛਾਣ ਕਰਾਉਣ ਵਾਸਤੇ ਹੈ। ਅੱਗੇ ਪਿਤਾ ਜੀ ਦੇ ਇਹ ਕਹਿੰਦਿਆਂ ਉਹਨਾਂ ਦੀਆਂ ਅੱਖਾਂ ਚਮਕ ਉੱਠੀਆਂ। ਕਹਿੰਦੇ, ਦੇਖ, ਹੁਣ ਘਰ ਤੋਂ ਦੌੜਨਾ ਨਹੀਂ। ਯੋਗਾਨੰਦ ਜੀ ਅੱਗੇ ਦੱਸਦੇ ਹਨ ਕਿ ਉਹ ਆਪਣੀ 12 ਸਾਲਾਂ ਦੀ ਉਮਰ ਵਿੱਚ ਪੂਰੇ ਉਤਸ਼ਾਹ ਨਾਲ ਵਾਰਾਣਸੀ ਜਾਣ ਲਈ ਚੱਲ ਪਏ। ਵਾਰਾਣਸੀ ਪਹੁੰਚ ਕੇ ਉਹ ਸਿੱਧਾ ਸਵਾਮੀ ਜੀ ਦੀ ਰਿਹਾਇਸ਼ ਵੱਲ ਚੱਲ ਪਏ। ਸਾਹਮਣੇ ਦਾ ਦਰਵਾਜ਼ਾ ਖੁੱਲ੍ਹਾ ਸੀ। ਉਹ ਦੂਸਰੀ ਮੰਜ਼ਲ ਤੇ ਬਣੇ ਹਾਲ ਕਮਰੇ ਵਿੱਚ ਪਹੁੰਚ ਗਏ। ਫਰਸ਼ ਤੋਂ ਕੁਝ ਉੱਚੀ ਚੌਂਕੀ ਉੱਪਰ ਇੱਕ ਰਿਸ਼ਟ-ਪੁਸ਼ਟ ਸੰਨਿਆਸੀ ਸਿਰਫ ਲੱਕ ਤੋਂ ਹੇਠਾਂ ਧੋਤੀ ਪਹਿਨੀ ਪਦਮ ਆਸਣ ਵਿੱਚ ਬੈਠੇ ਸਨ। ਉਹਨਾਂ ਦੇ ਹੋਠਾਂ ਤੇ ਸ਼ਾਂਤ ਅਤੇ ਸੁੰਦਰ ਮੁਸਕਾਨ ਖੇਡ ਰਹੀ ਸੀ। ਯੋਗਾਨੰਦ ਜੀ ਦੀ ਅਣਚਾਹੀ ਘੁਸਪੈਠ ਦੇ ਵਿਚਾਰ ਨੂੰ ਦੂਰ ਕਰਨ ਵਾਸਤੇ ਉਹਨਾਂ ਨੇ ਕਿਸੇ ਪੁਰਾਣੇ ਦੋਸਤ ਵਾਂਗ ਯੋਗਾਨੰਦ ਜੀ ਦਾ ਸਵਾਗਤ ਕੀਤਾ। ਸਵਾਮੀ ਜੀ ਨੇ ਬੱਚਿਆਂ ਵਰਗੀ ਨਿਰਛਲ ਮਧੁਰ ਆਵਾਜ਼ ਵਿੱਚ ਯੋਗਾਨੰਦ ਜੀ ਦਾ ਸਵਾਗਤ ਕਰਦਿਆਂ ਕਿਹਾ, ਬਾਬਾ ਆਨੰਦ। ਫਿਰ ਯੋਗਾਨੰਦ ਜੀ ਨੇ ਝੁਕ ਕੇ ਸਵਾਮੀ ਪ੍ਰਣਵਾਨੰਦ ਜੀ ਦੇ ਪੈਰਾਂ ਨੂੰ ਹੱਥ ਲਾਇਆ ਅਤੇ ਪੁੱਛਿਆ, ਕੀ ਆਪ ਸਵਾਮੀ ਪ੍ਰਣਵਾਨੰਦ ਹੋ? ਉਹਨਾਂ ਨੇ ਹਾਂ ਵਿੱਚ ਸਿਰ ਹਿਲਾਇਆ। ਇਸ ਤੋਂ ਪਹਿਲਾਂ ਕਿ ਯੋਗਾਨੰਦ ਜੀ ਨੂੰ ਆਪਣੀ ਜੇਬ ਵਿੱਚੋਂ ਆਪਣੀ ਜਾਣ ਪਛਾਣ ਕਰਾਉਣ ਵਾਲੀ ਚਿੱਠੀ ਕੱਢਣ ਦਾ ਮੌਕਾ ਮਿਲਦਾ, ਸਵਾਮੀ ਜੀ ਨੇ ਪਹਿਲਾਂ ਹੀ ਕਹਿ ਦਿੱਤਾ, ਤੂੰ ਭਗਵਤੀ ਦਾ ਬੇਟਾ ਹੈ। ਹੈਰਾਨੀਜਨਕ ਅੰਦਾਜ਼ ਵਿੱਚ ਯੋਗਾਨੰਦ ਜੀ ਨੇ ਆਪਣੀ ਜਾਣ ਪਛਾਣ ਕਰਾਉਣ ਵਾਲੀ ਚਿੱਠੀ ਉਹਨਾਂ ਨੂੰ ਦੇ ਦਿੱਤੀ। ਹਾਲਾਂਕਿ ਇਹ ਹੁਣ ਫਿਜ਼ੂਲ ਲੱਗਦੀ ਸੀ। ਸਵਾਮੀ ਜੀ ਨੇ ਫਿਰ ਕਿਹਾ, ਮੈਂ ਤੇਰੇ ਵਾਸਤੇ ਕੇਦਾਰਨਾਥ ਬਾਬੂ ਨੂੰ ਲੱਭ ਲਿਆਵਾਂਗਾ। ਇਹ ਕਹਿੰਦਿਆਂ ਸਵਾਮੀ ਜੀ ਨੇ ਆਪਣੀ ਸੂਖਮ ਦ੍ਰਿਸ਼ਟੀ ਨਾਲ ਯੋਗਾਨੰਦ ਜੀ ਨੂੰ ਦੂਸਰੀ ਵਾਰ ਫਿਰ ਹੈਰਾਨ ਕਰ ਦਿੱਤਾ। ਇਸ ਤੋਂ ਬਾਅਦ ਸਵਾਮੀ ਜੀ ਨੇ ਚਿੱਠੀ ਉੱਪਰ ਸਰਸਰੀ ਜਿਹੀ ਨਜ਼ਰ ਮਾਰੀ ਅਤੇ ਪਿਤਾ ਜੀ ਬਾਰੇ ਕੁਝ ਪਿਆਰ ਭਰੀ ਚਰਚਾ ਕੀਤੀ। ਸਵਾਮੀ ਜੀ ਨੇ ਅੱਗੇ ਕਿਹਾ, ਕੀ ਤੂੰ ਜਾਣਦਾ ਹੈ ਕਿ ਮੈਂ 2 ਪੈਨਸ਼ਨਾਂ ਲੈ ਰਿਹਾ ਹਾਂ? ਇੱਕ ਤੇਰੇ ਪਿਤਾ ਜੀ ਦੀ ਸਿਫਾਰਿਸ਼ ਨਾਲ, ਜਿਨ੍ਹਾਂ ਦੇ ਮਤਹਿਤ ਮੈਂ ਕਦੇ ਕਿਸੇ ਸਮੇਂ ਰੇਲਵੇ ਦਫ਼ਤਰ ਵਿੱਚ ਕੰਮ ਕਰਦਾ ਸੀ, ਅਤੇ ਦੂਜੀ ਆਪਣੇ ਪਰਮ ਪਿਤਾ ਦੀ ਸਿਫਾਰਿਸ਼ ਨਾਲ, ਜਿਸ ਵਾਸਤੇ ਮੈਂ ਜ਼ਿੰਦਗੀ ਦੇ ਸੰਸਾਰਕ ਫਰਜ਼ਾਂ ਨੂੰ ਇਮਾਨਦਾਰੀ ਨਾਲ ਪੂਰਾ ਕਰ ਲਿਆ ਹੈ। ਸਵਾਮੀ ਜੀ ਦਾ ਇਹ ਕਹਿਣਾ ਯੋਗਾਨੰਦ ਜੀ ਨੂੰ ਬੜਾ ਭੁਲੇਖਾ ਪਾਉ ਲੱਗਿਆ ਅਤੇ ਯੋਗਾਨੰਦ ਜੀ ਨੇ ਪੁੱਛਿਆ, ਸਵਾਮੀ ਜੀ, ਪਰਮ ਪਿਤਾ ਤੋਂ ਆਪ ਨੂੰ ਪੈਨਸ਼ਨ ਕਿਸ ਤਰ੍ਹਾਂ ਮਿਲਦੀ ਹੈ? ਕੀ ਉਹ ਪੈਸੇ ਤੁਹਾਡੀ ਝੋਲੀ ਵਿੱਚ ਸੁੱਟ ਦਿੰਦੇ ਹਨ? ਸਵਾਮੀ ਜੀ ਹੱਸ ਪਏ। ਕਹਿਣ ਲੱਗੇ, ਮੇਰਾ ਮਤਲਬ ਹੈ ਅਥਾਹ ਸ਼ਾਂਤੀ ਦੀ ਪੈਨਸ਼ਨ, ਅਨੇਕ ਸਾਲਾਂ ਦੇ ਡੂੰਘੇ ਧਿਆਨ ਦਾ ਇਨਾਮ। ਮੈਨੂੰ ਹੁਣ ਧਨ ਦੌਲਤ ਦੀ ਕਦੇ ਇੱਛਾ ਨਹੀਂ ਹੁੰਦੀ। ਮੇਰੀਆਂ ਭੌਤਿਕ ਜ਼ਰੂਰਤਾਂ ਬਹੁਤ ਥੋੜ੍ਹੀਆਂ ਹਨ, ਉਹ ਪੂਰੀਆਂ ਹੋ ਜਾਂਦੀਆਂ ਹਨ। ਦੂਸਰੀ ਪੈਨਸ਼ਨ ਦਾ ਮਹੱਤਵ ਤੂੰ ਬਾਅਦ ਵਿੱਚ ਸਮਝ ਜਾਵੇਂਗਾ। ਅਚਾਨਕ ਵਾਰਤਾਲਾਪ ਬੰਦ ਕਰਕੇ ਸਵਾਮੀ ਜੀ ਸਥਿਰ ਅਤੇ ਗੰਭੀਰ ਹੋ ਗਏ ਅਤੇ ਕਿਸੇ ਰਹੱਸਮਈ ਭਾਵ ਵਿੱਚ ਗੜੂੰਦ ਹੋ ਗਏ। ਪਹਿਲਾਂ ਉਹਨਾਂ ਦੀਆਂ ਅੱਖਾਂ ਚਮਕ ਉੱਠੀਆਂ, ਜਿਵੇਂ ਉਹਨਾਂ ਕੋਈ ਦਿਲਚਸਪ ਚੀਜ਼ ਲੱਭ ਲਈ ਹੋਵੇ, ਅਤੇ ਬਾਅਦ ਵਿੱਚ ਤੇਜ਼ਹੀਣ ਹੋ ਗਈਆਂ। ਯੋਗਾਨੰਦ ਜੀ ਉਹਨਾਂ ਦੇ ਇਸ ਅਚਾਨਕ ਮੌਨ ਕਰਕੇ ਉਲਝਣ ਵਿੱਚ ਪੈ ਗਏ। ਹਾਲੇ ਤੱਕ ਸਵਾਮੀ ਜੀ ਨੇ ਉਹਨਾਂ ਨੂੰ ਇਹ ਨਹੀਂ ਸੀ ਦੱਸਿਆ ਕਿ ਉਹ
ਆਪਣੇ ਪਿਤਾ ਜੀ ਦੇ ਦੋਸਤ ਕੇਦਾਰਨਾਥ ਬਾਬੂ ਨੂੰ ਕਿਸ ਤਰ੍ਹਾਂ ਮਿਲਣਗੇ। ਥੋੜੀ ਬੇਚੈਨੀ ਵਿੱਚ ਯੋਗਾਨੰਦ ਜੀ ਖਾਲੀ ਕਮਰੇ ਵਿੱਚ ਇੱਧਰ ਉੱਧਰ ਦੇਖਣ ਲੱਗੇ, ਜਿੱਥੇ ਉਹਨਾਂ ਦੋਨਾਂ ਦੇ ਇਲਾਵਾ ਹੋਰ ਕੋਈ ਨਹੀਂ ਸੀ। ਉਹਨਾਂ ਦੀ ਅਲਸਾਈ ਨਜ਼ਰ ਜਿਸ ਚੌਂਕੀ ਉੱਪਰ ਸਵਾਮੀ ਜੀ ਬੈਠੇ ਸਨ, ਉਸ ਦੇ ਥੱਲੇ ਪਈਆਂ ਖੜਾਵਾਂ ਤੇ ਪਈ। ਯੋਗੀ ਮਹਾਰਾਜ ਨੇ ਯੋਗਾਨੰਦ ਜੀ ਦਾ ਮਨ ਪੜ੍ਹ ਕੇ ਕਿਹਾ, ਛੋਟੇ ਮਹਾਸ਼ੇ, ਚਿੰਤਾ ਦੀ ਕੋਈ ਗੱਲ ਨਹੀਂ। ਜਿਸ ਆਦਮੀ ਨੂੰ ਤੂੰ ਮਿਲਣਾ ਚਾਹੁੰਦਾ ਹੈ, ਉਹ ਅੱਧੇ ਘੰਟੇ ਤੱਕ ਇੱਥੇ ਪਹੁੰਚ ਜਾਵੇਗਾ। ਯੋਗੀ ਮਹਾਰਾਜ ਦਾ ਐਵੇਂ ਮਨ ਪੜ੍ਹ ਲੈਣਾ ਉਹਨਾਂ ਵਾਸਤੇ ਉਸ ਵਕਤ ਕੋਈ ਮੁਸ਼ਕਿਲ ਗੱਲ ਨਹੀਂ ਸੀ। ਉਹਨਾਂ ਨੇ ਫਿਰ ਰਹੱਸਮਈ ਮੌਨ ਧਾਰਨ ਕਰ ਲਿਆ। ਜਦੋਂ ਯੋਗਾਨੰਦ ਜੀ ਦੀ ਘੜੀ ਮੁਤਾਬਕ ਠੀਕ 30 ਮਿੰਟ ਹੋ ਗਏ ਤਾਂ ਸਵਾਮੀ ਜੀ ਨੇ ਆਪਣੇ ਆਪ ਆਪਣਾ ਮੌਨ ਤੋੜਦਿਆਂ ਕਿਹਾ, ਮੇਰਾ ਖਿਆਲ ਹੈ ਕਿ ਕੇਦਾਰ ਬਾਬੂ ਦਰਵਾਜ਼ੇ ਦੇ ਨੇੜੇ ਪਹੁੰਚ ਗਏ ਹਨ। ਯੋਗਾਨੰਦ ਜੀ ਨੇ ਪੌੜੀਆਂ ਰਾਹੀਂ ਕਿਸੇ ਦੇ ਉੱਪਰ ਆਉਣ ਦੀ ਆਹਟ ਸੁਣੀ। ਉਹ ਨਾ ਸਮਝਣ ਯੋਗ ਹੈਰਾਨੀ ਵਿੱਚ ਪੈ ਗਏ। ਉਹਨਾਂ ਦੇ ਸਾਰੇ ਵਿਚਾਰ ਉਲਝਣ ਲੱਗੇ। ਬਗੈਰ ਕਿਸੇ ਸੰਦੇਸ਼ਵਾਹਕ ਦੇ ਪਿਤਾ ਜੀ ਦੇ ਦੋਸਤ ਨੂੰ ਇੱਥੇ ਬੁਲਾਉਣਾ ਕਿਸ ਤਰ੍ਹਾਂ ਸੰਭਵ ਹੋ ਸਕਦਾ ਸੀ, ਜਦੋਂ ਕਿ ਉਹਨਾਂ ਦੇ ਆਉਣ ਤੋਂ ਬਾਅਦ ਤਾਂ ਸਵਾਮੀ ਜੀ ਨੇ ਉਹਨਾਂ ਤੋਂ ਬਗੈਰ ਕਿਸੇ ਹੋਰ ਨਾਲ ਗੱਲਬਾਤ ਵੀ ਨਹੀਂ ਸੀ ਕੀਤੀ। ਸ਼ਿਸ਼ਟਤਾ ਰਹਿਤ ਤਰੀਕੇ ਨਾਲ ਯੋਗਾਨੰਦ ਜੀ ਕਮਰੇ ਵਿੱਚੋਂ ਬਾਹਰ ਆ ਗਏ ਅਤੇ ਪੌੜੀਆਂ ਉਤਰਨ ਲੱਗੇ। ਪੌੜੀਆਂ ਉਤਰਦਿਆਂ ਅੱਧ ਵਿਚਕਾਰ ਹੀ ਉਹਨਾਂ ਦੀ ਮੁਲਾਕਾਤ ਇੱਕ ਪਤਲੇ ਕਣਕ-ਵੰਨੇ ਰੰਗ ਦੇ ਬੰਦੇ ਨਾਲ ਹੋਈ, ਜੋ ਛੇਤੀ ਵਿੱਚ ਦਿਖਾਈ ਦੇ ਰਿਹਾ ਸੀ। ਯੋਗਾਨੰਦ ਜੀ ਨੇ ਉਤੇਜਿਤ ਆਵਾਜ਼ ਵਿੱਚ ਉਸ ਬੰਦੇ ਨੂੰ ਪੁੱਛਿਆ, ਕੀ ਤੁਸੀਂ ਕੇਦਾਰਨਾਥ ਬਾਬੂ ਹੋ? ਕੇਦਾਰਨਾਥ ਬਾਬੂ ਮਿੱਤਰਤਾਪੂਰਵਕ ਢੰਗ ਨਾਲ ਮੁਸਕਰਾਏ ਅਤੇ ਕਿਹਾ, ਹਾਂ। ਕੀ ਤੂੰ ਭਗਵਤੀ ਦਾ ਬੇਟਾ ਹੈ, ਜੋ ਮੈਨੂੰ ਮਿਲਣ ਖਾਤਰ ਇੱਥੇ ਮੇਰੀ ਉਡੀਕ ਕਰ ਰਿਹਾ ਹੈ? ਯੋਗਾਨੰਦ ਜੀ ਕੇਦਾਰਨਾਥ ਬਾਬੂ ਦੀ ਨਾ ਸਮਝਣ ਯੋਗ ਮੌਜੂਦਗੀ ਕਾਰਨ ਰੋਸ਼ਪੂਰਨ ਉਲਝਣ ਵਿੱਚ ਬੋਲੇ, ਸ਼੍ਰੀਮਾਨ ਜੀ, ਪਰੰਤੂ ਆਪ ਇੱਥੇ ਆਏ ਕਿਸ ਤਰ੍ਹਾਂ? ਫਿਰ ਕੇਦਾਰਨਾਥ ਬਾਬੂ ਨੇ ਸਾਰੀ ਕਹਾਣੀ ਦੱਸੀ। ਕੇਦਾਰਨਾਥ ਬਾਬੂ ਨੇ ਕਿਹਾ, ਅੱਜ ਹਰ ਇੱਕ ਗੱਲ ਰਹੱਸਮਈ ਲੱਗ ਰਹੀ ਹੈ। 1 ਘੰਟੇ ਤੋਂ ਵੀ ਘੱਟ ਥੋੜੀ ਦੇਰ ਪਹਿਲਾਂ ਮੈਂ ਗੰਗਾ ਇਸ਼ਨਾਨ ਤੋਂ ਵਿਹਲਾ ਹੀ ਹੋਇਆ ਸੀ ਕਿ ਸਵਾਮੀ ਪ੍ਰਣਵਾਨੰਦ ਜੀ ਮੇਰੇ ਕੋਲ ਪਹੁੰਚ ਗਏ। ਇਹ ਹੁਣ ਮੈਨੂੰ ਨਹੀਂ ਪਤਾ ਕਿ ਇਹਨਾਂ ਨੂੰ ਇਹ ਕਿਵੇਂ ਪਤਾ ਲੱਗਿਆ ਕਿ ਮੈਂ ਉਸ ਵਕਤ ਗੰਗਾ ਘਾਟ ਤੇ ਮੌਜੂਦ ਹਾਂ। ਸਵਾਮੀ ਜੀ ਨੇ ਮੇਰੇ ਕੋਲ ਆ ਕੇ ਕਿਹਾ, ਭਗਵਤੀ ਦਾ ਬੇਟਾ ਮੇਰੇ ਘਰ ਤੇਰੀ ਉਡੀਕ ਕਰ ਰਿਹਾ ਹੈ, ਕੀ ਤੁਸੀਂ ਮੇਰੇ ਨਾਲ ਮੇਰੇ ਘਰ ਚੱਲੋਗੇ? ਸਵਾਮੀ ਜੀ ਦੇ ਇਹ ਕਹਿਣ ਤੇ ਮੈਂ ਖੁਸ਼ੀ-ਖੁਸ਼ੀ ਹਾਂ ਕਰ ਦਿੱਤੀ। ਜਿਉਂ ਹੀ ਅਸੀਂ ਹੱਥ ਵਿੱਚ ਹੱਥ ਪਾ ਕੇ ਚੱਲਣ ਲੱਗੇ ਤਾਂ ਸਵਾਮੀ ਜੀ ਲੱਕੜੀ ਦੀਆਂ ਖੜਾਵਾਂ ਪਹਿਨਣ ਦੇ ਬਾਵਜੂਦ ਮੈਥੋਂ ਅਸਚਰਜਮਈ ਢੰਗ ਨਾਲ ਤੇਜ਼ ਚੱਲ ਰਹੇ ਸਨ। ਫਿਰ ਸਵਾਮੀ ਜੀ ਨੇ ਅਚਾਨਕ ਰੁਕ ਕੇ ਮੈਨੂੰ ਪੁੱਛਿਆ ਕਿ ਮੇਰੇ ਘਰ ਪਹੁੰਚਣ ਵਿੱਚ ਤੈਨੂੰ ਕਿੰਨਾ ਸਮਾਂ ਲੱਗੇਗਾ? ਮੈਂ ਕਿਹਾ, ਲਗਭਗ ਅੱਧਾ ਘੰਟਾ। ਫਿਰ ਸਵਾਮੀ ਜੀ ਨੇ ਰਹੱਸਮਈ ਤਰੀਕੇ ਨਾਲ ਮੇਰੇ ਵੱਲ ਦੇਖਦਿਆਂ ਕਿਹਾ, ਮੈਨੂੰ ਹਾਲ ਦੀ ਘੜੀ ਕੋਈ ਹੋਰ ਕੰਮ ਹੈ। ਮੈਨੂੰ ਹੁਣ ਤੈਨੂੰ ਪਿੱਛੇ ਛੱਡ ਕੇ ਜਾਣਾ ਪਵੇਗਾ। ਆਪ ਸਿੱਧੇ ਮੇਰੇ ਘਰ ਪਹੁੰਚ ਜਾਵੋ, ਜਿੱਥੇ ਮੈਂ ਅਤੇ ਭਗਵਤੀ ਦਾ ਬੇਟਾ ਆਪ ਦੀ ਉਡੀਕ ਕਰ ਰਹੇ ਹੋਵਾਂਗੇ। ਇਸ ਤੋਂ ਪਹਿਲਾਂ ਕਿ ਮੈਂ ਕੁਝ ਹੋਰ ਕਹਿ ਸਕਦਾ, ਇਹ ਤੇਜ਼ੀ ਨਾਲ ਮੇਰੇ ਕੋਲੋਂ ਦੀ ਅੱਗੇ ਨਿਕਲ ਕੇ ਭੀੜ ਵਿੱਚ ਗੁੰਮ ਹੋ ਗਏ। ਮੈਂ ਜਿੰਨੀ ਤੇਜ਼ ਚੱਲ ਸਕਦਾ ਸੀ, ਉਹਨਾਂ ਤੇ ਚੱਲ ਕੇ ਇੱਥੇ ਪਹੁੰਚਿਆ ਹਾਂ। ਕੇਦਾਰਨਾਥ ਬਾਬੂ ਦੇ ਇਸ ਸਪਸ਼ਟੀਕਰਨ ਨੇ ਯੋਗਾਨੰਦ ਜੀ ਦੀ ਉਲਝਣ ਹੋਰ ਵੀ ਵਧਾ ਦਿੱਤੀ। ਫਿਰ ਯੋਗਾਨੰਦ ਜੀ ਨੇ ਕੇਦਾਰਨਾਥ ਬਾਬੂ ਨੂੰ ਪੁੱਛਿਆ ਕਿ ਉਹ ਸਵਾਮੀ ਜੀ ਨੂੰ ਕਦੋਂ ਤੋਂ ਜਾਣਦੇ ਹਨ। ਕੇਦਾਰਨਾਥ ਬਾਬੂ ਨੇ ਕਿਹਾ, ਪਿਛਲੇ ਸਾਲ ਤਾਂ ਕਈ ਵਾਰ ਮਿਲੇ ਸੀ, ਪਰੰਤੂ ਅੱਜ ਕੱਲ੍ਹ ਵਿੱਚ ਕਦੇ ਮੁਲਾਕਾਤ ਨਹੀਂ ਸੀ ਹੋਈ। ਅੱਜ ਇਹਨਾਂ ਨੂੰ ਫਿਰ ਇਸ਼ਨਾਨ ਘਾਟ ਤੇ ਦੇਖ ਕੇ ਮੈਂ ਬੜਾ ਖੁਸ਼ ਹੋਇਆ। ਯੋਗਾਨੰਦ ਜੀ ਕਹਿਣ ਲੱਗੇ, ਮੈਨੂੰ ਆਪਣੇ ਕੰਨਾਂ ਤੇ ਯਕੀਨ ਨਹੀਂ ਹੋ ਰਿਹਾ ਕਿ ਮੈਂ ਪਾਗਲ ਹੋ ਗਿਆ ਹਾਂ। ਕੀ ਇਹ ਤੁਹਾਨੂੰ ਸੱਚੀ ਮੁੱਚੀ ਮਿਲੇ ਸੀ? ਕੀ ਤੁਸੀਂ ਇਹਨਾਂ ਦੇ ਹੱਥਾਂ ਨਾਲ ਸਪਰਸ਼ ਕੀਤਾ ਸੀ? ਕੀ ਇਹਨਾਂ ਦੇ ਪੈਰਾਂ ਦੀ ਆਵਾਜ਼ ਸੁਣੀ ਸੀ, ਜਾਂ ਆਪ ਨੂੰ ਇਹਨਾਂ ਦਾ ਝੋਲਾ ਹੀ ਪਿਆ ਸੀ? ਕੇਦਾਰਨਾਥ ਬਾਬੂ ਉਤੇਜਿਤ ਰੌ ਵਿੱਚ ਬੋਲੇ, ਮੈਂ ਨਹੀਂ ਸਮਝ ਰਿਹਾ ਕਿ ਆਪ ਕਹਿਣਾ ਕੀ ਚਾਹੁੰਦੇ ਹੋ। ਮੈਂ ਕੋਈ ਝੂਠ ਨਹੀਂ ਬੋਲ ਰਿਹਾ। ਕੀ ਤੂੰ ਇਹ ਨਹੀਂ ਸਮਝ ਸਕਦਾ ਕਿ ਮੈਨੂੰ ਸਿਰਫ ਸਵਾਮੀ ਜੀ ਤੋਂ ਹੀ ਪਤਾ ਲੱਗ ਸਕਦਾ ਸੀ ਕਿ ਤੂੰ ਇੱਥੇ ਮੇਰੀ ਉਡੀਕ ਕਰ ਰਿਹਾ ਹੈ? ਫਿਰ ਯੋਗਾਨੰਦ ਜੀ ਨੇ ਕਿਹਾ, ਦੇਖੋ, ਮੈਂ ਇੱਥੇ 1 ਘੰਟਾ ਪਹਿਲਾਂ ਆਇਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਸਵਾਮੀ ਜੀ ਮੇਰੀਆਂ ਅੱਖਾਂ ਤੋਂ 1 ਮਿੰਟ ਵੀ ਓਝਲ ਨਹੀਂ ਹੋਏ। ਫਿਰ ਯੋਗਾਨੰਦ ਜੀ ਨੇ ਸਾਰੀ ਕਹਾਣੀ ਸੁਣਾ ਦਿੱਤੀ। ਉਹਨਾਂ ਦੇ ਤੇ ਸਵਾਮੀ ਜੀ ਦੇ ਵਿਚਕਾਰ ਜੋ ਗੱਲਬਾਤ ਹੋਈ ਉਹ ਵੀ ਸੁਣਾ ਦਿੱਤੀ। ਕੇਦਾਰਨਾਥ ਬਾਬੂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਅਤੇ ਉਹਨਾਂ ਨੇ ਕਿਹਾ, ਕੀ ਅਸੀਂ ਭੌਤਿਕ ਯੁੱਗ ਵਿੱਚ ਰਹਿ ਰਹੇ ਹਾਂ ਜਾਂ ਕੋਈ ਸੁਪਨਾ ਦੇਖ ਰਹੇ ਹਾਂ? ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਇਹ ਆਸ ਨਹੀਂ ਸੀ ਰੱਖੀ ਕਿ ਮੈਂ ਇਸ ਤਰ੍ਹਾਂ ਦਾ ਕੋਈ ਚਮਤਕਾਰ ਦੇਖਾਂਗਾ। ਮੈਂ ਤਾਂ ਸਵਾਮੀ ਜੀ ਨੂੰ ਇੱਕ ਆਮ ਸਧਾਰਨ ਇਨਸਾਨ ਦੀ ਤਰ੍ਹਾਂ ਹੀ ਸਮਝਦਾ ਸੀ। ਹੁਣ ਮੈਨੂੰ ਪਤਾ ਲੱਗਿਆ ਕਿ ਉਹ ਇੱਕ ਹੋਰ ਸਰੀਰ ਵੀ ਧਾਰ ਸਕਦੇ ਹਨ ਅਤੇ ਉਸ ਦੇ ਦੁਆਰਾ ਕੰਮ ਵੀ ਕਰ ਸਕਦੇ ਹਨ।
ਫਿਰ ਕੇਦਾਰਨਾਥ ਬਾਬੂ ਅਤੇ ਯੋਗਾਨੰਦ ਜੀ ਨੇ ਇਕੱਠਿਆਂ ਹੀ ਸਵਾਮੀ ਜੀ ਦੇ ਕਮਰੇ ਵਿੱਚ ਪ੍ਰਵੇਸ਼ ਕੀਤਾ। ਫਿਰ ਕੇਦਾਰਨਾਥ ਬਾਬੂ ਨੇ ਬੜੀ ਹੌਲੀ ਜਿਹੀ ਆਵਾਜ਼ ਵਿੱਚ ਯੋਗਾਨੰਦ ਜੀ ਨੂੰ ਕਿਹਾ, ਦੇਖੋ, ਇਹ ਉਹੀ ਖੜਾਵਾਂ ਹਨ ਜਿਹੜੀਆਂ ਇਹਨਾਂ ਨੇ ਇਸ਼ਨਾਨ ਘਾਟ ਤੇ ਪਾਈਆਂ ਹੋਈਆਂ ਸਨ। ਇਹਨਾਂ ਨੇ ਉਸ ਵਕਤ ਇਹੋ ਹੀ ਧੋਤੀ ਪਹਿਨ ਰੱਖੀ ਸੀ ਜਿਹੜੀ ਹੁਣ ਪਹਿਨ ਰੱਖੀ ਹੈ। ਜਿਉਂ ਹੀ ਕੇਦਾਰਨਾਥ ਬਾਬੂ ਨੇ ਸਵਾਮੀ ਪ੍ਰਣਵਾਨੰਦ ਜੀ ਨੂੰ ਝੁਕ ਕੇ ਪ੍ਰਣਾਮ ਕੀਤਾ ਤਾਂ ਸਵਾਮੀ ਜੀ ਨੇ ਯੋਗਾਨੰਦ ਜੀ ਵੱਲ ਦੇਖਦਿਆਂ ਵਿਅੰਗਮਈ ਢੰਗ ਨਾਲ ਮੁਸਕਰਾਉਂਦਿਆਂ ਕਿਹਾ, ਆਪ ਇਸ ਤੋਂ ਇਤਨੇ ਚਕਿਤ ਕਿਉਂ ਹੋ? ਦ੍ਰਿਸ਼ਮਾਨ ਸੰਸਾਰ ਦੀ ਸੂਖਮ ਏਕਤਾ ਸੱਚੇ ਯੋਗੀਆਂ ਕੋਲੋਂ ਛੁਪੀ ਨਹੀਂ ਹੁੰਦੀ। ਮੈਂ ਦੂਰ ਕੋਲਕਾਤਾ ਵਿੱਚ ਰਹਿੰਦੇ ਆਪਣੇ ਸ਼ਾਗਿਰਦਾਂ ਦੇ ਸਾਹਮਣੇ ਇਸੇ ਤਰ੍ਹਾਂ ਫੌਰਨ ਪ੍ਰਗਟ ਹੋ ਸਕਦਾ ਹਾਂ। ਉਹਨਾਂ ਨਾਲ ਗੱਲਬਾਤ ਵੀ ਕਰ ਸਕਦਾ ਹਾਂ। ਉਸੇ ਤਰੀਕੇ ਨਾਲ ਉਹ ਵੀ ਭੌਤਿਕ ਦੁਨੀਆ ਦੀ ਹਰ ਰੁਕਾਵਟ ਆਪਣੀ ਇੱਛਾ ਅਨੁਸਾਰ ਪਾਰ ਕਰ ਸਕਦੇ ਹਨ। ਯੋਗਾਨੰਦ ਜੀ ਅੱਗੇ ਲਿਖਦੇ ਹਨ ਕਿ ਸ਼ਾਇਦ ਯੋਗਾਨੰਦ ਜੀ ਦੇ ਬਾਲ ਮਨ ਵਿੱਚ ਅਧਿਆਤਮਿਕ ਉਤਸ਼ਾਹ ਜਗਾਉਣ ਖਾਤਰ ਸਵਾਮੀ ਜੀ ਨੇ ਦੂਰ ਤੋਂ ਸੁਣਨ ਅਤੇ ਦੂਰ ਤੋਂ ਦੇਖਣ ਦੀ ਯੋਗ ਸ਼ਕਤੀ ਬਾਰੇ ਦੱਸਣ ਦੀ ਕਿਰਪਾਲਤਾ ਕੀਤੀ ਸੀ। ਪਰੰਤੂ ਉਤਸ਼ਾਹ ਦੀ ਬਜਾਏ ਯੋਗਾਨੰਦ ਜੀ ਭੈਭੀਤ ਹੋ ਗਏ, ਕਿਉਂਕਿ ਉਹਨਾਂ ਦੀ ਅਧਿਆਤਮਿਕ ਖੋਜ ਇੱਕ ਵਿਸ਼ੇਸ਼ ਗੁਰੂ ਸ਼੍ਰੀ ਯੁਕਤੇਸ਼ਵਰ ਜੀ ਦੀ ਰਹਿਨੁਮਾਈ ਵਿੱਚ ਹੋਣੀ ਨਿਸ਼ਚਿਤ ਸੀ, ਜਿਨ੍ਹਾਂ ਨੂੰ ਉਹ ਹਾਲੇ ਤੱਕ ਮਿਲੇ ਨਹੀਂ ਸਨ। ਇਸ ਕਰਕੇ ਉਹਨਾਂ ਦੇ ਅੰਦਰ ਸਵਾਮੀ ਪ੍ਰਣਵਾਨੰਦ ਜੀ ਨੂੰ ਆਪਣਾ ਗੁਰੂ ਧਾਰਨ ਕਰਨ ਦੀ ਕੋਈ ਇੱਛਾ ਨਹੀਂ ਜਾਗੀ। ਯੋਗਾਨੰਦ ਜੀ ਨੇ ਸਵਾਮੀ ਜੀ ਨੂੰ ਹੈਰਾਨੀਜਨਕ ਸ਼ੰਕਾ ਨਾਲ ਦੇਖਿਆ ਅਤੇ ਸੋਚਿਆ ਕਿ ਉਹ ਆਪ ਬੈਠੇ ਹਨ ਜਾਂ ਉਹਨਾਂ ਦਾ ਪ੍ਰਤੀਰੂਪ। ਸਵਾਮੀ ਪ੍ਰਣਵਾਨੰਦ ਜੀ ਨੇ ਯੋਗਾਨੰਦ ਜੀ ਵੱਲ ਆਤਮ ਗਿਆਨ ਪ੍ਰਦਾਨ ਕਰਨ ਵਾਲੀ ਨਜ਼ਰ ਨਾਲ ਦੇਖਦਿਆਂ ਆਪਣੇ ਗੁਰੂ ਲਾਹੜੀ ਮਹਾਸ਼य ਬਾਰੇ ਪ੍ਰਸ਼ੰਸਾਯੋਗ ਸ਼ਬਦਾਂ ਨਾਲ ਯੋਗਾਨੰਦ ਜੀ ਦੀ ਬੇਚੈਨੀ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਸਵਾਮੀ ਜੀ ਨੇ ਲਾਹੜੀ ਮਹਾਸ਼य ਬਾਰੇ ਕਿਹਾ, ਜਿੰਨੇ ਵੀ ਯੋਗੀਆਂ ਨੂੰ ਮੈਂ ਜਾਣਦਾ ਹਾਂ, ਉਹਨਾਂ ਵਿੱਚੋਂ ਲਾਹੜੀ ਮਹਾਸ਼य ਸਭ ਤੋਂ ਮਹਾਨ ਯੋਗੀ ਸਨ। ਯੋਗਾਨੰਦ ਜੀ ਮਨ ਹੀ ਮਨ ਸੋਚਣ ਲੱਗੇ ਕਿ ਜੇ ਸ਼ਿਸ਼ ਆਪਣੀ ਇੱਛਾ ਅਨੁਸਾਰ ਇੱਕ ਹੋਰ ਹੱਡ ਮਾਸ ਦਾ ਸਰੀਰ ਧਾਰ ਸਕਦਾ ਹੈ ਤਾਂ ਗੁਰੂ ਵਾਸਤੇ ਕਿਹੜਾ ਚਮਤਕਾਰ ਅਸੰਭਵ ਹੋ ਸਕਦਾ ਹੈ। ਸਵਾਮੀ ਪ੍ਰਣਵਾਨੰਦ ਜੀ ਨੇ ਅੱਗੇ ਕਿਹਾ, ਮੈਂ ਤੈਨੂੰ ਦੱਸਦਾ ਹਾਂ ਕਿ ਗੁਰੂ ਦੀ ਕਿਰਪਾ ਕਿੰਨੀ ਅਨਮੋਲ ਹੁੰਦੀ ਹੈ। ਮੈਂ ਇੱਕ ਹੋਰ ਸ਼ਿਸ਼ ਦੇ ਨਾਲ ਹਰ ਰੋਜ਼ ਰਾਤ ਨੂੰ 8 ਘੰਟੇ ਧਿਆਨ ਕਰਿਆ ਕਰਦਾ ਸੀ। ਦਿਨ ਦੇ ਸਮੇਂ ਅਸੀਂ ਰੇਲਵੇ ਦਫ਼ਤਰ ਵਿੱਚ ਨੌਕਰੀ ਕਰਿਆ ਕਰਦੇ ਸੀ। ਮੈਂ ਆਪਣੇ ਕਲਰਕ ਦੇ ਕੰਮ ਦੇ ਫਰਜ਼ ਨਿਭਾਉਣ ਵਿੱਚ ਮੁਸ਼ਕਿਲ ਮਹਿਸੂਸ ਕਰਦਿਆਂ ਸਾਰਾ ਵਕਤ ਭਗਵਤ ਚਿੰਤਨ ਵਿੱਚ ਲਗਾਉਣਾ ਚਾਹੁੰਦਾ ਸੀ। 8 ਸਾਲ ਤੱਕ ਮੈਂ ਅੱਧੀ ਰਾਤ ਤੱਕ ਧਿਆਨ ਕਰਦਾ ਰਿਹਾ ਅਤੇ ਮੈਨੂੰ ਇਸ ਦੇ ਅਦਭੁਤ ਨਤੀਜੇ ਵੀ ਮਿਲੇ, ਜਿਵੇਂ ਕਿ ਡੂੰਘੇ ਅਧਿਆਤਮਿਕ ਗਿਆਨ ਨਾਲ ਮੇਰਾ ਮਨ ਹਮੇਸ਼ਾ ਪ੍ਰਕਾਸ਼ਮਾਨ ਰਹਿੰਦਾ ਸੀ। ਪਰੰਤੂ ਉਸ ਸਰਬ ਸ਼ਕਤੀਮਾਨ ਅਤੇ ਮੇਰੇ ਵਿਚਕਾਰ ਇੱਕ ਹਲਕਾ ਪਰਦਾ ਹਮੇਸ਼ਾ ਤਣਿਆ ਰਹਿੰਦਾ ਸੀ। ਪੂਰੀ ਸ਼ਰਧਾ ਅਤੇ ਗੰਭੀਰਤਾ ਨਾਲ ਕੋਸ਼ਿਸ਼ ਕਰਦਿਆਂ ਵੀ ਮੈਂ ਦੇਖਿਆ ਕਿ ਮੈਂ ਅਖੰਡ ਆਨੰਦ ਤੋਂ ਮਹਿਰੂਮ ਹਾਂ। ਇੱਕ ਦਿਨ ਸ਼ਾਮ ਨੂੰ ਮੈਂ ਲਾਹੜੀ ਮਹਾਸ਼य ਦੀ ਸੇਵਾ ਵਿੱਚ ਹਾਜ਼ਰ ਹੋਇਆ ਅਤੇ ਉਹਨਾਂ ਨੂੰ ਇਸ ਵਾਸਤੇ ਅਧਿਆਤਮਿਕ ਵਿਚੋਲਗਿਰੀ ਕਰਨ ਵਾਸਤੇ ਬੇਨਤੀ ਕੀਤੀ। ਮੈਂ ਸਾਰੀ ਰਾਤ ਹਠਪੂਰਵਕ ਉਹਨਾਂ ਨੂੰ ਬੇਨਤੀਆਂ ਕਰਦਾ ਰਿਹਾ। ਮੈਂ ਲਾਹੜੀ ਮਹਾਸ਼य ਨੂੰ ਕਿਹਾ, ਮੇਰੇ ਦੇਵਤਾ ਸਵਰੂਪ ਗੁਰੂ, ਮੇਰੀ ਆਤਮਾ ਇਤਨੀ ਤੜਪ ਰਹੀ ਹੈ ਕਿ ਮੈਂ ਉਸ ਪਰਮ ਪਿਆਰੇ ਸਰਬ ਸ਼ਕਤੀਮਾਨ ਦੇ ਪ੍ਰਤੱਖ ਦਰਸ਼ਨਾਂ ਤੋਂ ਬਗੈਰ ਨਹੀਂ ਰਹਿ ਸਕਦਾ। ਲਾਹੜੀ ਮਹਾਸ਼य ਨੇ ਕਿਹਾ, ਮੈਂ ਕੀ ਕਰ ਸਕਦਾ ਹਾਂ, ਤੂੰ ਹੋਰ ਜ਼ਿਆਦਾ ਗਹਿਰਾਈ ਨਾਲ ਧਿਆਨ ਕਰਿਆ ਕਰ। ਸਵਾਮੀ ਪ੍ਰਣਵਾਨੰਦ ਜੀ ਨੇ ਲਾਹੜੀ ਮਹਾਸ਼य ਨੂੰ ਫਿਰ ਕਿਹਾ, ਮੈਂ ਆਪ ਨੂੰ ਪ੍ਰਾਰਥਨਾ ਕਰਦਾ ਹਾਂ, ਹੇ ਮੇਰੇ ਗੁਰੂਦੇਵ, ਹੇ ਮੇਰੇ ਪ੍ਰਮਾਤਮਾ, ਮੈਂ ਆਪ ਨੂੰ ਆਪਣੇ ਸਾਹਮਣੇ ਇਸ ਭੌਤਿਕ ਸਰੀਰ ਵਿੱਚ ਪ੍ਰਗਟ ਦੇਖ ਰਿਹਾ ਹਾਂ। ਮੈਨੂੰ ਆਸ਼ੀਰਵਾਦ ਦਿਓ ਕਿ ਮੈਂ ਆਪ ਦੇ ਅਨੰਤ ਸਵਰੂਪ ਦੇ ਦਰਸ਼ਨ ਕਰ ਸਕਾਂ। ਲਾਹੜੀ ਮਹਾਸ਼य ਨੇ ਆਸ਼ੀਰਵਾਦ ਮੁਦਰਾ ਵਿੱਚ ਹੱਥ ਉਠਾਉਂਦਿਆਂ ਕਿਹਾ, ਹੁਣ ਤੂੰ ਜਾ ਕੇ ਧਿਆਨ ਕਰ, ਮੈਂ ਤੇਰੇ ਵਾਸਤੇ ਬ੍ਰਹਮ ਨੂੰ ਪ੍ਰਾਰਥਨਾ ਕਰ ਦਿੱਤੀ ਹੈ। ਅੰਤਾਂ ਦੀ ਖੁਸ਼ੀ ਨਾਲ ਲਬਰੇਜ਼ ਹੋਏ ਸਵਾਮੀ ਪ੍ਰਣਵਾਨੰਦ ਜੀ ਘਰ ਪਹੁੰਚੇ। ਉਸੇ ਰਾਤ ਧਿਆਨ ਕਰਦਿਆਂ ਉਹਨਾਂ ਨੂੰ ਜ਼ਿੰਦਗੀ ਦੀ ਆਖਰੀ ਮੰਜ਼ਿਲ ਪ੍ਰਾਪਤ ਹੋ ਗਈ। ਹੁਣ ਉਹਨਾਂ ਨੂੰ ਉਹੀ ਅਧਿਆਤਮਿਕ ਪੈਨਸ਼ਨ ਮਿਲਦੀ ਹੈ। ਉਸ ਦਿਨ ਤੋਂ ਬਾਅਦ ਉਸ ਪੂਰਨ ਆਨੰਦ ਦਾ ਸਿਰਜਣਹਾਰ ਮਾਇਆ ਦੇ ਪਰਦੇ ਪਿੱਛੇ ਛੁਪ ਕੇ ਉਹਨਾਂ ਦੀਆਂ ਅੱਖਾਂ ਤੋਂ ਓਹਲੇ ਨਹੀਂ ਹੋਇਆ। ਪ੍ਰਣਵਾਨੰਦ ਜੀ ਦਾ ਮੁਖੜਾ ਰੂਹਾਨੀ ਰੌਸ਼ਨੀ ਨਾਲ ਚਮਕ ਉੱਠਿਆ। ਇੱਕ ਦੂਸਰੇ ਸੰਸਾਰ ਦੀ ਅਲੌਕਿਕ ਸ਼ਾਂਤੀ ਯੋਗਾਨੰਦ ਜੀ ਦੇ ਮਨ ਵਿੱਚ ਸਮਾ ਗਈ ਅਤੇ ਉਹ ਨਿਰਭੈ ਹੋ ਗਏ। ਸਵਾਮੀ ਜੀ ਨੇ ਯੋਗਾਨੰਦ ਜੀ ਨੂੰ ਇੱਕ ਹੋਰ ਭੇਦ ਭਰੀ ਗੱਲ ਦੱਸੀ। ਉਹਨਾਂ ਨੇ ਕਿਹਾ, ਕੁਝ ਮਹੀਨਿਆਂ ਬਾਅਦ ਮੈਂ ਫਿਰ ਲਾਹੜੀ ਮਹਾਸ਼य ਦੇ ਚਰਨਾਂ ਵਿੱਚ ਹਾਜ਼ਰ ਹੋਇਆ ਅਤੇ ਉਹਨਾਂ ਦੇ ਅਦੁੱਤੀ ਵਰਦਾਨ ਲਈ ਧੰਨਵਾਦ ਕਰਨ ਦੀ ਕੋਸ਼ਿਸ਼ ਕੀਤੀ ਅਤੇ ਨਾਲ ਹੀ ਇੱਕ ਗੱਲ ਹੋਰ ਵੀ ਛੇੜ ਦਿੱਤੀ। ਸਵਾਮੀ ਜੀ ਨੇ ਕਿਹਾ, ਪੂਜਨੀਕ ਗੁਰੂਦੇਵ, ਮੈਂ ਹੁਣ ਜ਼ਿਆਦਾ ਦੇਰ ਦਫ਼ਤਰ ਵਿੱਚ ਨੌਕਰੀ ਨਹੀਂ ਕਰ ਸਕਦਾ। ਕਿਰਪਾ ਕਰਕੇ ਮੇਰਾ ਦਫ਼ਤਰ ਦੇ ਕੰਮ ਤੋਂ ਛੁਟਕਾਰਾ ਕਰਾਓ। ਮੈਨੂੰ ਹਰ ਵਕਤ ਬ੍ਰਹਮ ਦੀ ਖੁਮਾਰੀ ਚੜੀ ਰਹਿੰਦੀ ਹੈ।
ਲਾਹੜੀ ਮਹਾਸ਼य ਨੇ ਕਿਹਾ, ਕੰਪਨੀ ਨੂੰ ਪੈਨਸ਼ਨ ਵਾਸਤੇ ਬੇਨਤੀ ਕਰੋ। ਸਵਾਮੀ ਪ੍ਰਣਵਾਨੰਦ ਜੀ ਨੇ ਕਿਹਾ, ਇੰਨੀ ਥੋੜੀ ਨੌਕਰੀ ਤੋਂ ਬਾਅਦ ਪੈਨਸ਼ਨ ਲੈਣ ਵਾਸਤੇ ਕੀ ਕਰਨ ਦੱਸਾਂਗਾ। ਲਾਹੜੀ ਮਹਾਸ਼य ਨੇ ਕਿਹਾ, ਜੋ ਮਨ ਵਿੱਚ ਆਵੇ ਉਹ ਦੱਸ ਦੇਣਾ। ਅਗਲੇ ਦਿਨ ਸਵਾਮੀ ਪ੍ਰਣਵਾਨੰਦ ਜੀ ਨੇ ਪੈਨਸ਼ਨ ਲੈਣ ਵਾਸਤੇ ਅਰਜ਼ੀ ਦੇ ਦਿੱਤੀ। ਡਾਕਟਰ ਨੇ ਸਮੇਂ ਤੋਂ ਪਹਿਲਾਂ ਪੈਨਸ਼ਨ ਲੈਣ ਦਾ ਕਾਰਨ ਪੁੱਛਿਆ ਤਾਂ ਸਵਾਮੀ ਪ੍ਰਣਵਾਨੰਦ ਜੀ ਨੇ ਕਿਹਾ, ਕੰਮ ਕਰਦੇ ਵਕਤ ਮੇਰੀ ਰੀੜ੍ਹ ਦੀ ਹੱਡੀ ਵਿੱਚ ਬੜੀ ਜ਼ੋਰਦਾਰ ਅਤੇ ਨਾਕਾਬਲੇ ਬਰਦਾਸ਼ਤ ਇੱਕ ਅਨੁਭੂਤੀ ਉੱਠਦੀ ਹੈ ਅਤੇ ਉਹ ਪੂਰੇ ਸਰੀਰ ਵਿੱਚ ਫੈਲ ਜਾਂਦੀ ਹੈ, ਜਿਸ ਦੇ ਫਲਸਵਰੂਪ ਮੈਂ ਕੰਮ ਕਰਨ ਤੋਂ ਅਸਮਰੱਥ ਹੋ ਜਾਂਦਾ ਹਾਂ। ਹੋਰ ਕੋਈ ਸਵਾਲ ਕੀਤੇ ਬਗੈਰ ਹੀ ਡਾਕਟਰ ਨੇ ਸਵਾਮੀ ਪ੍ਰਣਵਾਨੰਦ ਜੀ ਦੀ ਪੈਨਸ਼ਨ ਵਾਸਤੇ ਬੜੀ ਚੰਗੀ ਸਿਫਾਰਿਸ਼ ਕਰ ਦਿੱਤੀ ਅਤੇ ਪੈਨਸ਼ਨ ਵੀ ਬਹੁਤ ਛੇਤੀ ਹੀ ਮਿਲ ਗਈ। ਫਿਰ ਸਵਾਮੀ ਜੀ ਨੇ ਅੱਗੇ ਕਿਹਾ, ਮੈਂ ਜਾਣਦਾ ਹਾਂ ਕਿ ਡਾਕਟਰ ਅਤੇ ਤੇਰੇ ਪਿਤਾ ਜੀ ਸਮੇਤ ਸਾਰੇ ਸੰਬੰਧਿਤ ਅਧਿਕਾਰੀਆਂ ਦੇ ਰਾਹੀਂ ਲਾਹੜੀ ਮਹਾਸ਼य ਦੀ ਦੇਵੀ ਇੱਛਾ ਹੀ ਕੰਮ ਕਰ ਰਹੀ ਸੀ, ਜਿਨ੍ਹਾਂ ਨੇ ਲਾਹੜੀ ਮਹਾਸ਼य ਦੀ ਅਧਿਆਤਮਿਕ ਆਗਿਆ ਦਾ ਆਪਣੇ ਆਪ ਪਾਲਣ ਕੀਤਾ ਅਤੇ ਮੈਨੂੰ ਪਰਮਾਤਮਾ ਦੇ ਅਖੰਡ ਆਨੰਦ ਵਾਸਤੇ ਮੁਕਤ ਕਰ ਦਿੱਤਾ। ਇਸ ਅਸਾਧਾਰਨ ਰਹੱਸ ਉਦਘਾਟਨ ਤੋਂ ਬਾਅਦ ਸਵਾਮੀ ਪ੍ਰਣਵਾਨੰਦ ਜੀ ਨੇ ਲੰਬੇ ਸਮੇਂ ਤੱਕ ਮੌਨ ਧਾਰ ਲਿਆ। ਜਦੋਂ ਯੋਗਾਨੰਦ ਜੀ ਆਦਰ ਭਾਵ ਨਾਲ ਉਹਨਾਂ ਦੇ ਪੈਰ ਛੂ ਕੇ ਜਾਣ ਦੀ ਆਗਿਆ ਮੰਗ ਰਹੇ ਸੀ ਤਾਂ ਸਵਾਮੀ ਜੀ ਨੇ ਆਪਣਾ ਆਸ਼ੀਰਵਾਦ ਦਿੱਤਾ ਅਤੇ ਕਿਹਾ, ਤੇਰੀ ਜ਼ਿੰਦਗੀ ਵੀ ਸੰਨਿਆਸ ਅਤੇ ਯੋਗ ਮਾਰਗ ਨੂੰ ਸਮਰਪਿਤ ਹੈ। ਤੇਰੇ ਅਤੇ ਤੇਰੇ ਪਿਤਾ ਜੀ ਨਾਲ ਇੱਕ ਵਾਰ ਫਿਰ ਮੁਲਾਕਾਤ ਹੋਵੇਗੀ। ਅਨੇਕ ਵਰ੍ਹਿਆਂ ਬਾਅਦ ਉਹਨਾਂ ਦੀਆਂ ਇਹ ਦੋਨੋਂ ਭਵਿੱਖਬਾਣੀਆਂ ਸੱਚੀਆਂ ਸਾਬਿਤ ਹੋਈਆਂ। ਸੰਘਣੇ ਹੋ ਰਹੇ ਹਨੇਰੇ ਵਿੱਚ ਕੇਦਾਰਨਾਥ ਬਾਬੂ ਯੋਗਾਨੰਦ ਜੀ ਨਾਲ ਚੱਲ ਰਹੇ ਸਨ। ਯੋਗਾਨੰਦ ਜੀ ਨੇ ਉਹਨਾਂ ਨੂੰ ਪਿਤਾ ਜੀ ਦੀ ਦਿੱਤੀ ਹੋਈ ਚਿੱਠੀ ਫੜਾਈ, ਜੋ ਉਹਨਾਂ ਨੇ ਸੜਕ ਤੇ ਲੱਗੀ ਹੋਈ ਰੌਸ਼ਨੀ ਦੇ ਚਾਨਣੇ ਵਿੱਚ ਪੜ੍ਹੀ। ਕੇਦਾਰਨਾਥ ਬਾਬੂ ਨੇ ਚਿੱਠੀ ਪੜ੍ਹ ਕੇ ਕਿਹਾ, ਤੇਰੇ ਪਿਤਾ ਜੀ ਨੇ ਇਸ ਚਿੱਠੀ ਵਿੱਚ ਆਪਣੀ ਰੇਲਵੇ ਕੰਪਨੀ ਦੇ ਕੋਲਕਾਤਾ ਦਫ਼ਤਰ ਵਿੱਚ ਮੈਨੂੰ ਇੱਕ ਨੌਕਰੀ ਦੇਣ ਦਾ ਪ੍ਰਸਤਾਵ ਭੇਜਿਆ ਹੈ। ਸਵਾਮੀ ਪ੍ਰਣਵਾਨੰਦ ਜੀ ਨੂੰ ਮਿਲਣ ਵਾਲੀਆਂ 2 ਪੈਨਸ਼ਨਾਂ ਵਿੱਚੋਂ ਘੱਟੋ-ਘੱਟ ਇੱਕ ਪੈਨਸ਼ਨ ਲੈਣ ਦਾ ਅਧਿਕਾਰੀ ਹੋਣਾ ਕਿਤਨਾ ਆਨੰਦਦਾਇਕ ਹੁੰਦਾ, ਪਰੰਤੂ ਇਹ ਸੰਭਵ ਨਹੀਂ। ਮੈਂ ਵਾਰਾਣਸੀ ਛੱਡ ਕੇ ਜਾ ਨਹੀਂ ਸਕਦਾ। ਅਫਸੋਸ ਹੈ ਕਿ ਇੱਕੋ ਵਕਤ 2 ਸਰੀਰ ਧਾਰਨ ਕਰ ਲੈਣ ਦਾ ਮੇਰਾ ਸਮਾਂ ਨਹੀਂ ਆਇਆ ਹੈ।